ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਜਿਸਨੂੰ ਮਤਿ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਏ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਾਨੜਾ ਮਹੱਲਾ ਪੰਜਵਾਂ। ਰੰਗਾ ਰੰਗ ਰੰਗਣ ਕੇ ਰੰਗਾ, ਕੀਟ ਹਸਤ ਪੂਰਨ ਸਭ ਸੰਗਾ। ਰੰਗਾ ਰੰਗ ਰੰਗਣ ਕੇ ਰੰਗਾ, ਕੀਟ ਹਸਤ ਪੂਰਨ ਸਭ ਸੰਗਾ। ਰਹਾਉ ਬਰਤ ਨੇਮ ਤੀਰਥ ਸਹਿਤ ਗੰਗਾ, ਜਲ ਹੇਵਤ ਭੂਖ ਅਰ ਨੰਗਾ। ਪੂਜਾ ਚਾਰ ਕਰਤ ਮੇ ਲੰਗਾ, ਚੱਕਰ ਕਰਮ ਤਿਲਕ ਖਾਟੰਗਾ। ਦਰਸ਼ਨ ਭੇਟੇ ਬਿਨ ਸਤ ਸੰਗਾ, ਹਠ ਨਿਗਰਹਿ ਅਤ ਰਹਿਤ ਬਿਟੰਗਾ। ਹਉ ਰੋਗ ਵਿਆਪੈ ਚੁਕੈ ਨਾ ਭੰਗਾ, ਕਾਮ ਕ੍ਰੋਧ ਅਤ ਤ੍ਰਿਸ਼ਨ ਚਰੰਗਾ। ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ, ਉਹਨਾਂ ਪਾਸੋਂ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਕੱਲ੍ਹ 6 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਘਰਾਂ ਵਿੱਚ ਹੀ ਬੈਠ ਕੇ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਆਓ ਅਗਲੇ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सतनाम करता पुरख निर्भव निर्वैर अकाल मूरत अजूनी सैभं गुर प्रसाद बेशुमार अथाह अगणित अतुल्य ज्यों बुलावो त्यों नानक दास बोले। गुरु सवारे खालसा जी। वाहिगुरु जी का खालसा वाहिगुरु जी की फतेह। आप जी वडभागे हो जो 8वें पातशाह बाला प्रीतम सतगुरु जिस डिठै सब दुख जाए इन्हां अजमतां वडियाइयां दे मालक अठवें पातशाह गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर अपना जन्म सफला कर रहे हो जां घरां विच बैठ समय दी लोड़ वक़्त दी नजाकत नूं मुख रख के अकली साहिब सेवी है अकली पाई है मान अकली पढ़ के बुझी है अकली कीचे दान दे बचन कमाउंदे आ मन करके सुरती करके हाजरियां भर दे अपने लोक परलोक दे सुख दाते सतगुरु जी दे दर्शन परस रहे हो। सतगुरु सारियां दियां हाजरियां प्रवान करन सारियां नूं सतगुरु अपने दर्शनां दा पुन फल महात्म बख्शण। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो रसना पवित्र कर दे एक बार
ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਪਰਮਜੀਤ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਕਾਨੜਾ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1305 ਅੰਗ ਤੇ ਦਰਜ ਹੈ। ਅੱਜ ਸ਼੍ਰੋਮਣੀ ਭਗਤ ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਔਰ 15 ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਸ਼ਬਦ ਭਗਤ ਕਬੀਰ ਜੀ ਦੇ ਦਰਜ ਹਨ। ਅੱਜ ਇਸ ਮਹਾਨ ਪਵਿੱਤਰ ਆਤਮਾ ਦਾ ਪਵਿੱਤਰ ਜਨਮ ਦਿਹਾੜਾ ਹੈ। ਆਪ ਸਾਰੀਆਂ ਸੰਗਤਾਂ ਨੂੰ, ਸਮੁੱਚੇ ਸਿੱਖ ਜਗਤ ਨੂੰ, ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ 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 ਵਧਾਈਆਂ। ਜਿੱਥੋਂ ਤੱਕ ਭਗਤ ਕਬੀਰ ਜੀ ਦੇ ਅਨੁਯਾਈ ਬੈਠੇ ਨੇ, ਭਗਤ ਧੰਨਾ ਜੀ ਦੇ ਅਨੁਯਾਈ ਬੈਠੇ ਨੇ, ਭਗਤ ਰਾਮਾਨੰਦ ਜੀ ਦੇ ਅਨੁਯਾਈ ਬੈਠੇ ਨੇ, ਭਗਤ ਨਾਮਦੇਵ ਜੀ ਦੇ ਅਨੁਯਾਈ ਬੈਠੇ ਨੇ, ਇਹ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਹਨ ਭਾਈ। ਇਹ ਸਾਰੇ ਹੀ ਗੁਰੂ ਘਰ ਦੇ ਸ਼ਰਧਾਲੂਆਂ ਵਿੱਚ ਸ਼ੁਮਾਰ ਨੇ। ਸਿਰਫ ਉਹਨਾਂ ਨੂੰ ਜਾ ਕੇ ਇਹ ਦੱਸਣ ਦੀ ਲੋੜ ਹੈ ਕਿ ਕੀ ਤੁਹਾਨੂੰ ਪਤਾ ਹੈ ਕਿ ਜਿਸ ਮਹਾਂਪੁਰਖ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ, ਆਪਣਾ ਅਵਤਾਰ ਮੰਨਦੇ ਹੋ, ਉਹਨਾਂ ਦੀ ਪਵਿੱਤਰ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਔਰ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰੀ ਦੇ ਮੰਦਰ ਵਿੱਚ ਪ੍ਰਕਾਸ਼ਮਾਨ ਹੈ। ਕਿਉਂਕਿ ਇਹ ਰੱਬ ਦਾ ਮੰਦਰ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਉਹਦੇ 4 ਦਰਵਾਜ਼ੇ ਨੇ, 4 ਦਿਸ਼ਾਵਾਂ ਤੋਂ 4 ਹੀ ਵਰਨਾਂ ਦੇ ਲੋਕ ਉੱਥੇ ਆ ਸਕਦੇ ਨੇ। ਕੋਈ ਪਾਬੰਦੀ ਨਹੀਂ ਹੈ। ਹਾਂ, ਪਵਿੱਤਰਤਾ ਦੀ ਨਿਯਮਾਵਲੀ ਜ਼ਰੂਰ ਹੈ ਕਿ ਜੋੜੇ ਉਤਾਰ ਕੇ, ਸਿਰ ਢੱਕ ਕੇ, ਬੜੀ ਸੁਚਮਤਾ ਨਾਲ, ਕੋਈ ਵਰਜਿਤ ਵਸਤੂ ਅੰਦਰ ਲੈ ਕੇ ਨਹੀਂ ਆਉਣੀ। ਬਾਕੀ ਨਾ ਤੁਹਾਡੀ ਕੋਈ ਕਲਾਸ ਪੁੱਛੇ, ਨਾ ਤੁਹਾਡੀ ਕੋਈ ਕਾਸਟ ਪੁੱਛੇ। ਅੱਜ ਸਾਡੀ ਗਿਣਤੀ ਕਈ ਕਰੋੜ ਹੈ। ਸ਼੍ਰੋਮਣੀ ਭਗਤ ਕਬੀਰ ਜੀ ਦਾ ਪਵਿੱਤਰ ਜਨਮ ਜੇਠ ਸੁਦੀ 15 ਸੰਮਤ 1455 ਨੂੰ ਕਾਸ਼ੀ ਬਨਾਰਸ ਦੇ ਵਿੱਚ ਲਿਖਿਆ ਮਿਲਦਾ ਹੈ। ਭਗਤ ਜੀ ਦਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ, ਪਰ ਉਹਨਾਂ ਦੀ ਜਿਹੜੀ ਪਾਲਣਾ ਪੋਸ਼ਣ ਹੈ ਉਹ ਅਲੀ ਨੀਰੂ ਨਾਮੀ ਇੱਕ ਮੁਸਲਮਾਨ ਜੁਲਾਹੇ ਨੇ ਅਤੇ ਉਹਨਾਂ ਦੀ ਸੁਪਤਨੀ ਮਾਤਾ ਨੀਰੂ ਨੇ ਕੀਤੀ ਹੈ।
परवरिश मुसलमान परिवार विच होई है। इस करके जिहड़ा नाम भी सी वो मुसलमानां दे नावां दे नाल मिलदा जुलदा कबीर रखिया गया। भगत कबीर जी की जिहड़ी कुल आजू है वो तकरीबन 120 साल है। 92 साल की उम्र सी जदों सिकंदर लोधी ने उन्होंने बड़े तसीहे दिते। 92 ईयर। क्योंकि धर्म नूं समझण की लोड़ है। असी सिर्फ धर्म नूं मनण की गल करते हैं, समझण की गल नहीं करते। इहो ही कारण है कि मनण वास्ते असी कुछ थां निजमत कर लै, कुछ मर्यादा निजमत कर लईआं, कुछ समय निजमत कर लै, उहदे वास्ते कुछ नेम निजमत कर ले। असी इन्ने वजे मनाउणा है, उत्थे जाके मनाउणा है, ये दे के मनाउणा है। धर्म वे ऑफ लाइफ है। ये जिंदगी जीण का एक तरीका है। तो जे मनुख नूं जिंदगी विच बोलना नहीं आउंदा, उठना बैठना नहीं आउंदा, समाज विच रहना नहीं आउंदा, तो फिर समझ लेना कि उस मनुख ने धर्म मंदिरां दे नाल जाके मत्था ते मारिया है, पर मत्था टेकिया कोई नहीं है उसे। जे किते मत्था टेकिया हुंदा, क्योंकि सतगुरु की बाणी दे जिहड़े बचन ने, तुद नो नेवण मनन तेरा नाओ। नेवण का अर्थ जिहड़ा है वो ते मनन तो है भाई, कि आपां गुरु की बाणी नूं मन्नीए, बाणी दे अर्थ भाव नूं मन्नीए, बाणी तो प्राप्त होने वालियां शिक्षावां नूं मन्नीए। मैं तो पिछले दिन ही भी बेनती की सी भी विद्या विचारी तां पर उपकारी, नहीं तो विद्या तो एक व्यापार बन गया, बिजनेस बन गया, धंधा बन गया। और अज विद्या लैण वास्ते भी पैकेज है, तो मुड़ के विद्या वरतन वास्ते भी पैकेज है। अज किसी बंदे नूं पुछ के वेख लो, वो यही कहता साडे काके नूं इन्ने दा पैकेज मिल गया है। किसी सियाणे ने उहदी अकल खरीद लई है, हुण उहदी अकल उहदे वास्ते काम करेगी, उहदी पढ़ाई उहदे अपने वास्ते काम नहीं आएगी। ते पढ़ाई लिखाई दी दास बेनती कर रहा सी कि जे पढ़े लिखे होना है तो आपां फिर यहूदियां वर्गे बणीए, जिन्हां ने ना अपना बाणा अपना लिबास छड्डिया, ना अपनी बाणी अपनी बोली छड्डी, ना उन्होंने अपना धर्म छड्डिया, ना ही उन्होंने अपने मुल्क का प्यार छड्डिया। अज भी तुसीं वेखो इस करोने की महामारी विच भी अमेरिका के डॉक्टरां ने जाके सब तो पहला अपने मुल्क के लोगों को सेफ किया है। इन्नी मुल्क परस्ती उन्हां दे विच, इन्नी उन्हां दे विच धर्म परस्ती है, कौम परस्ती है, देश भगती है उन्हां दे विच। और इस कदर कि वो अज मन्निया जाता है कि दुनिया की सब तो छोटी ते अमीर कौम है, पर वो अपनी होंद वास्ते बड़े चिंतित ने। वो अपनियां घर वालियां तो नौकरियां नहीं कराउंदे, वो तो उन्होंने कहते हैं भी तुसी 6 तो 8 बच्चों को जन्म देना है, तो फिर उन्होंने धर्म देना है। ये जिहड़ी वंड सी ना, ये मनुख ने खुद आप की है भी बाहर दे काम मैं करांगा, घर दे काम तू करी।
ਇਹ ਵੰਡ ਕੀ ਤੁਸੀਂ ਅੱਜ ਨਹੀਂ ਕਰਦੇ? ਅੱਜ ਵੀ ਦੋ ਭਰਾ ਹੋਣ ਤੇ ਇਵੇਂ ਹੀ ਕਰਦੇ ਨੇ। ਇੱਕ ਘੱਟੀ ਤੇ ਬਹਿ ਕੇ ਸਮਾਨ ਵੇਚਦਾ, ਇੱਕ ਬਾਹਰੋਂ ਖਰੀਦ ਕੇ ਲੈ ਕੇ ਆਉਂਦਾ, ਬਾਹਰੋਂ ਕਲੈਕਸ਼ਨ ਲੈ ਕੇ ਆਉਂਦਾ, ਬਾਹਰ ਦਾ ਲੈਣ ਦੇਣ ਨਿਬੇੜ ਕੇ ਆਉਂਦਾ। ਪਰਿਵਾਰ ਵਿੱਚ ਵੰਡ ਕੀਤੀ ਤੇ ਅਸੀਂ ਸੋਚਿਆ ਵੀ ਨਹੀਂ, ਇਹ ਤੇ ਸਾਡੇ ਬਜ਼ੁਰਗ ਅਨਪੜ੍ਹ ਸੀਗੇ, ਉਹਨਾਂ ਨੂੰ ਕੀ ਪਤਾ ਸੀ। ਅੱਜ ਅਸੀਂ ਆਪਣੇ ਪਰਿਵਾਰਕ ਸਿਸਟਮ ਨੂੰ ਕ੍ਰਸ਼ ਕਰ ਲਿਆ, ਖਤਮ ਹੋ ਗਿਆ। ਔਰ ਇਸ ਪੰਥ ਪ੍ਰਸਤੀ ਦੀ ਪਿਆਰ ਦੀ ਹੀ ਗੱਲ ਮੈਂ 30 ਤਰੀਕ ਨੂੰ ਕਰ ਰਿਹਾ ਸੀ ਕਿ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ ਉਹ ਸਿੰਘ ਕਿੰਨਾ ਬਾਣੇ ਨੂੰ ਪਿਆਰ ਕਰਦੇ ਨੇ। ਉਹਨਾਂ ਨੂੰ ਬਿਲਕੁਲ ਇਸ ਗੱਲ ਮਹਿਸੂਸ ਨਹੀਂ ਹੁੰਦੀ ਵੀ ਅਸੀਂ ਜਹਾਜ਼ ਤੇ ਚੜ੍ਹਨ ਲੱਗੇ ਹਾਂ ਕਿ ਟ੍ਰੇਨ ਤੇ ਚੜ੍ਹਨ ਲੱਗੇ ਹਾਂ ਕਿ ਅਸੀਂ ਘਰ ਤੋਂ ਬਾਹਰ ਕਿਸੇ ਫੰਕਸ਼ਨ ਤੇ ਜਾਣ ਲੱਗੇ ਹਾਂ। ਤੁਸੀਂ ਅੱਜ ਵੀ ਕਿਤੇ ਉਹਨਾਂ ਨੂੰ ਆਪਣੇ ਘਰ ਪ੍ਰੋਗਰਾਮ ਤੇ ਬੁਲਾਓਗੇ ਤੇ ਉਸੇ ਡਰੈਸ ਵਿੱਚ ਖਾਲਸਾਈ ਬਾਣੇ ਦੇ ਵਿੱਚ ਆਉਂਦੇ ਨੇ। ਮੇਰਾ ਪਰਿਵਾਰ ਤਖਤ ਸਾਹਿਬ ਦੀ ਮਰਿਆਦਾ ਬਹੁਤ ਉੱਚੀ ਹੈ। ਅਸੀਂ ਤੇ ਹਮੇਸ਼ਾ ਉਸ ਨੂੰ ਨਕਮਸਤਕ ਆ। ਮੈਂ ਆਪ ਜਾ ਕੇ ਉੱਥੇ ਕਥਾ ਦੀ ਹਾਜ਼ਰੀ ਭਰ ਕੇ ਆਉਣਾ, ਪਰਿਵਾਰ ਸਹਿਤ ਜਾ ਕੇ ਤਖਤ ਸਾਹਿਬ ਦੀ ਬਖਸ਼ਿਸ਼ ਲੈ ਕੇ ਆਉਣਾ। ਮੈਂ ਕੱਲ ਸਿੰਘ ਸਾਹਿਬ, ਬਾਬਾ ਕੁਲਵੰਤ ਸਿੰਘ ਜੀ ਹੋਰਾਂ ਨਾਲ, ਸਿੰਘ ਸਾਹਿਬ ਜੋਤਿੰਦਰ ਸਿੰਘ ਜੀ ਹੋਰਾਂ ਨਾਲ, ਸਿੰਘ ਸਾਹਿਬ ਰਾਮ ਸਿੰਘ ਹੋਰਾਂ ਨਾਲ, ਸਾਰਿਆਂ ਨਾਲ ਯਤਨ ਕੀਤਾ ਕਿ ਮੈਂ ਇਹ ਦੱਸਾਂ ਕਿ ਭਾਵੇਂ ਮੈਂ ਹਾਂ, ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ, ਇੱਥੇ ਤੇ ਦੀਵਾਰਾਂ ਦੇ ਉੱਪਰ ਲਿਖਿਆ ਹੋਇਆ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਜਿੱਥੇ ਇਸ ਕਦਰ 10ਵੇਂ ਪਾਤਸ਼ਾਹ ਦੀ ਬਾਣੀ ਦਾ ਸਨਮਾਨ ਹੋਵੇ, ਉੱਥੇ ਇੱਕ ਵੀ ਸ਼ਬਦ ਜਿਹੜਾ ਹੈ ਉਹ ਬਣਦਾ ਹੀ ਨਹੀਂ ਕਿ ਕਦੇ ਉਸ ਅਸਥਾਨ ਤੋਂ ਪਿੱਛੇ ਹੋ ਕੇ ਬੋਲਿਆ ਜਾ ਸਕਦਾ ਹੋਵੇ। ਸੋ ਮੈਂ ਉੱਥੋਂ ਦੀ ਮਰਿਆਦਾ ਦਾ ਵੀ ਸਨਮਾਨ ਕਰਦਾ, ਉੱਥੋਂ ਦੇ ਸਿੰਘ ਸਾਹਿਬਾਨਾਂ ਦਾ ਵੀ ਸਨਮਾਨ ਕਰਦਾ। ਔਰ ਮੇਰੀ ਭਾਵਨਾ ਵੀ ਇਹ ਸੀ ਕਿ ਕੇਵਲ ਊੜਾ ਊਠ ਪੜ੍ਹ ਕੇ, ਕੱਕਾ ਕਬੂਤਰ ਪੜ੍ਹ ਕੇ, ਇਹ ਐਪਲ ਪੜ੍ਹ ਕੇ ਜੇ ਕੋਈ ਕਵੇ ਵੀ ਕੌਮ ਦੀ ਤਕਦੀਰ ਲਿਖ ਦਿਆਂਗਾ ਤੇ ਭਾਈ ਮੈਨੂੰ ਤੇਰੇ ਤੇ ਮਾਣ ਹੋਏਗਾ ਜੇ ਤੂੰ ਲਿਖੇਗਾ ਤਾਂ। ਤੇ ਜੇ ਤੂੰ ਸਾਰੀਆਂ ਹੀ ਗੱਲਾਂ ਤੋਂ ਮੁਨਕਰ ਹੋ ਗਿਆ, ਤੂੰ ਆਪਣੀ ਮਾਂ ਬੋਲੀ ਛੱਡ ਦਿੱਤੀ, ਤੂੰ ਗ੍ਰਸਥ ਧਰਮ ਜਿਹੜਾ ਸਿੱਖੀ ਦਾ ਸਭ ਤੋਂ ਪ੍ਰਧਾਨ ਧਰਮ ਹੈ, ਤੂੰ ਉਸ ਵਿਆਹ ਤੋਂ ਮੁਨਕਰ ਹੋ ਗਿਆ, ਫਿਰ ਉਸ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਬੱਚਿਆਂ ਤੋਂ ਵੀ ਮੁਨਕਰ ਹੋ ਗਿਆ। ਇਹ ਦਾਤਾਂ ਉਸ ਮਾਲਕ ਦੀਆਂ ਨੇ। ਅੱਜ ਮੈਂ ਉਹਨਾਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਜੀ ਬੱਚਾ ਤੇ ਇੱਕ ਪਾਲਣਾ ਔਖਾ ਹੈ, ਫਿਰ ਮੈਂ ਬੇਨਤੀ ਕਰਾਂ ਤੁਸੀਂ ਰੱਬ ਅੱਗੇ ਹੱਥ ਜੋੜਨੇ ਬੰਦ ਕਰ ਦਿਓ। ਜੇ ਤੁਸੀਂ ਬੱਚੇ ਪਾਲਣੇ ਨੇ ਤਾਂ ਫਿਰ ਰੱਬ ਤੇ ਪ੍ਰਤਪਾਲਕ ਹੋਇਆ ਹੀ ਨਹੀਂ ਭਾਈ। ਨਹੀਂ, ਇਹਨਾਂ ਜੀਵਾਂ ਨੂੰ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਫਿਰ ਸੋਦਰ ਕਿਵੇਂ ਪੜੋਗੇ? ਇਹ ਬਾਣੀ ਰਹਿ ਰਾਸ ਦੀ ਤੁਹਾਨੂੰ ਕਿਵੇਂ ਥੱਲੇ ਉਤਰੇਗੀ? ਕਿ ਇਹ ਬਾਣੀ ਤੁਹਾਡੇ ਗਲੇ ਤੋਂ ਤੁਹਾਡੇ ਅੰਦਰ ਹਿਰਦੇ ਤੱਕ ਜਾ ਕੇ ਟਿਕੇਗੀ? ਕੀ ਤੁਸੀਂ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਪਾਠ ਕਰ ਸਕੋਗੇ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਓ ਆਪਾਂ ਬਾਣੇ ਦਾ ਸਨਮਾਨ ਕਰੀਏ, ਬਾਣੀ ਦਾ ਸਨਮਾਨ ਕਰੀਏ। ਮੈਂ ਹਮੇਸ਼ਾ ਬੇਨਤੀ ਕਰਦਾ, ਸਾਡੇ ਵਿੱਚ ਇਹ ਸਾਰੇ ਅੰਗ ਜਿਹੜੇ ਨੇ ਇਹ ਪੰਥ ਨੇ। ਭਾਵੇਂ ਕੋਈ ਟਕਸਾਲ ਹੈ, ਭਾਵੇਂ ਕੋਈ ਜਥਾ ਹੈ, ਭਾਵੇਂ ਕੋਈ ਸੰਪਰਦਾਵਾਂ ਨੇ, ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਨੇ,
ਭਾਵੇਂ ਉਹਨਾਂ ਦੇ ਵਿੱਚ ਮਿਸ਼ਨਰੀ ਕਾਲਜ ਨੇ, ਭਾਵੇਂ ਉਹਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਣ ਵਾਲੇ ਵਿਦਿਆ ਮੰਦਿਰ ਨੇ, ਇਹਨਾਂ ਸਾਰਿਆਂ ਨੂੰ ਆਪਾਂ ਨੂੰ ਕੌਮ ਦਾ ਅੰਗ ਮੰਨ ਕੇ ਚੱਲਣਾ ਪਵੇਗਾ। ਇਹ ਹਿੱਸੇ ਨੇ ਕੌਮ ਦੇ। ਸਮੇਂ ਸਮੇਂ ਸਭ ਨੇ ਆਪਣੀ ਆਪਣੀ ਥਾਂ ਤੇ ਸੇਵਾਵਾਂ ਨਿਭਾਈਆਂ ਨੇ। ਕੱਲ ਮੇਰੀ ਭਾਈ ਸਰਬਜੀਤ ਸਿੰਘ ਸੋਲ ਚੰਡੀਗੜ੍ਹ ਵਾਲਿਆਂ ਨਾਲ ਗੱਲ ਹੋ ਰਹੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਸੇਵਾਵਾਂ ਇਸ ਬੀਤੀ ਸਦੀ ਦੇ ਮਹਾਨ ਯੁੱਗ ਪੁਰਖ ਨੇ ਨਿਭਾਈਆਂ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ, ਜੋ ਹਜੂਰ ਸਾਹਿਬ ਤੋਂ ਆ ਕੇ ਲੰਗਰ ਸਾਹਿਬ ਦੇ ਜਥੇ ਨੇ ਆ ਕੇ ਉੱਥੇ ਸੇਵਾਵਾਂ ਨਿਭਾਈਆਂ, ਇੱਕ ਖਾਸ ਬਾਣੇ ਵਿੱਚ ਰਹਿ ਕੇ, ਕਿ ਆਪਣੇ ਪਾਵਨ ਪਵਿੱਤਰ ਗੁਰੂ ਦੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬੇਹੁਰਮਤੀ ਨੂੰ ਨਾ ਸਹਾਰਦਿਆਂ ਹੋਇਆਂ ਉਹ ਅੱਗੇ ਹੋ ਕੇ ਜੂਝੇ ਨੇ। ਉਹਨਾਂ ਨੇ ਆਪਣੇ ਪ੍ਰਾਣਾਂ ਦੀਆਂ ਆਹੂਤੀਆਂ ਦਿੱਤੀਆਂ ਨੇ ਔਰ ਉਹਨਾਂ ਨੇ ਆਪਣੀ ਹਜ਼ਾਤੀ ਤੱਕ ਇਸ ਗੱਲ ਦਾ ਯਤਨ ਕੀਤਾ ਹੈ ਕਿ ਵਕਤ ਦੀ ਹਕੂਮਤ ਦੇ ਮਨਸੂਬੇ ਸਫਲ ਨਹੀਂ ਹੋਣੇ ਚਾਹੀਦੇ। ਉਹਨਾਂ ਟੈਂਕਾਂ ਨੂੰ ਰੋਕਿਆ, ਉਹਨਾਂ ਨੇ ਬਖਤਰਬੰਦ ਗੱਡੀਆਂ ਨੂੰ ਰੋਕਿਆ, ਉਹਨਾਂ ਨੇ ਵੱਡੀਆਂ ਵੱਡੀਆਂ ਤੋਪਾਂ ਦੇ ਮੂੰਹ ਰੋਕੇ ਨੇ। ਜਿਸ ਸ਼੍ਰੋਮਣੀ ਭਗਤ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ, ਕਦੇ ਉਸ ਭਗਤ ਦੀ ਬਾਣੀ ਤਾਂ ਪੜ੍ਹ ਕੇ ਵੇਖੋ, ਕਿੰਨਾ ਬੇਬਾਕ ਭਗਤ ਹੈ। ਉਹਨਾਂ ਦਾ ਇੱਕ ਇੱਕ ਸ਼ਬਦ, ਉਹਨਾਂ ਦੀ ਇੱਕ ਇੱਕ ਬਾਣੀ ਦੀ ਪੰਕਤੀ ਜਿਹੜੀ ਹੈ ਉਹਦੇ ਵਿੱਚ ਕ੍ਰਾਂਤੀ ਹੈ, ਉਹਦੇ ਵਿੱਚ ਰੈਵੋਲੂਸ਼ਨ ਹੈ। ਉਹਨਾਂ ਨੇ ਸੰਸਾਰ ਦੇ ਬੰਧਨਾਂ ਨੂੰ ਤੋੜਿਆ, ਸੰਸਾਰ ਦੀਆਂ ਜਿਹੜੀਆਂ ਨਿਯਮਤ ਅੰਧ ਵਿਸ਼ਵਾਸ ਦੀਆਂ ਬੱਧੀਆਂ ਮਰਿਆਦਾ ਸੀ ਉਹਨਾਂ ਨੂੰ ਕੱਟਿਆ। ਕੇਵਲ ਬੋਲਿਆ ਨਹੀਂ, ਆਪਣੀ ਜ਼ਿੰਦਗੀ ਵਿੱਚ ਆਪ ਤੋੜਿਆ ਉਹਨਾਂ ਨੂੰ। ਉਸ ਮਨੌਤ ਨੂੰ ਵੀ ਤੋੜਿਆ ਕਿ ਭਾਈ ਕਾਂਸ਼ੀ ਵਿੱਚ ਹੀ ਮਰੋਗੇ ਤੇ ਤੁਹਾਨੂੰ ਸਵਰਗ ਮਿਲੇਗਾ। ਆਖਿਆ ਨਹੀਂ, ਕਾਂਸ਼ੀ ਮਗਹਰ ਸਮ ਵਿਚਾਰੀ, ਔਰ ਆਪ ਉੱਥੇ ਜਾ ਕੇ ਆਪਣੇ ਪ੍ਰਾਣ ਪੂਰੇ ਕੀਤੇ ਨੇ। ਆਪ ਉੱਥੇ ਜਾ ਕੇ ਆਪਣੇ ਜੀਵਨ ਨੂੰ ਸੰਪੂਰਨ ਕੀਤਾ। ਤੋ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਕਾਨੜਾ ਮਹੱਲਾ ਪੰਜਵਾਂ। ਰੰਗਾ ਰੰਗ ਰੰਗਣ ਕੇ ਰੰਗਾ, ਉਹ ਪਰਮਾਤਮਾ ਜਿਹੜਾ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਹਰੇਕ ਰੰਗ ਦੇ ਵਿੱਚ ਉਹ ਪਰਮਾਤਮਾ ਜਿਹੜਾ ਆਪ ਰਮਿਆ ਹੋਇਆ, ਵਸਿਆ ਹੋਇਆ। ਤਾਂ ਹੀ ਆਪਾਂ ਕਹਿੰਦੇ ਨਾ ਕਿ ਰੰਗ ਸਭ ਹੈ ਨਾਰਾਇਣੇ ਜੀਤੇ ਮਨ ਭਾਵਨ। ਇਹ ਸਾਰੇ ਰੰਗ ਉਸ ਰੱਬ ਦੇ ਆਪਣੇ ਨੇ ਭਾਈ। ਤੇ ਜਿਹੜੇ ਰੱਬ ਦੇ ਭਗਤ ਨੇ ਉਹ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ। ਉਹਦੀ ਮੌਜ ਵਿੱਚ ਹੱਸ ਵੀ ਲੈਂਦੇ ਨੇ, ਰੋ ਵੀ ਲੈਂਦੇ ਨੇ। ਉਹ ਵੇਖਦੇ ਨੇ ਉਹਦੇ ਚੋਜ ਨੂੰ, ਉਹਦੇ ਕੌਤਕਾਂ ਨੂੰ, ਉਹਦੀ ਲੀਲਾ ਨੂੰ, ਉਹਦੇ ਵਰਤਾਰੇ ਨੂੰ, ਉਹਦੇ ਪਸਾਰੇ ਨੂੰ। ਉਹ ਜਿਹੜਾ ਪਰਮਾਤਮਾ ਹੈ ਕੀਟ ਹਸਤ ਪੂਰਨ ਸਭ ਸੰਗਾ, ਉਹ ਇੱਕ ਛੋਟੇ ਜਿਹੇ ਕੀੜੇ ਤੋਂ ਲੈ ਕੇ ਹਾਥੀ ਤੱਕ ਉਹ ਸਾਰਿਆਂ ਦੇ ਨਾਲ ਹੈ, ਸਾਰਿਆਂ ਦੇ ਕੋਲ ਹੈ, ਸਾਰਿਆਂ ਦੇ ਵਿੱਚ ਹੈ। ਕੋਈ ਥਾਂ ਐਸੀ ਨਹੀਂ ਜਿੱਥੇ ਪ੍ਰਮਾਤਮਾ ਨਹੀਂ ਹੈ। ਜਿਹੜਾ ਉਹ ਸ਼ਬਦ ਆਉਂਦਾ ਹੈ ਨਾ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉਹਦਾ ਅਰਥ ਇਹ ਨਹੀਂ ਕਿ ਆਪਾਂ ਕੇਸਾਂ ਤੋਂ ਮੁਨਕਰ ਹੋ ਜਾਈਏ, ਅਸੀਂ ਧਰਮ ਦੇ ਬੰਧਾਨ ਮਰਿਆਦਾ ਤੋਂ ਅਸੀਂ ਮੁਕਤ ਹੋ ਜਾਈਏ। ਉਹਦਾ ਅਰਥ ਇਹ ਹੈ ਕਿ ਆਪਣਾ ਵਿਜ਼ਨ ਠੀਕ ਕਰੋ ਭਾਈ, ਆਪਣੀ ਦ੍ਰਿਸ਼ਟੀ ਠੀਕ ਕਰੋ, ਆਪਣੇ ਅੰਦਰ ਧਰਮ ਦੇ ਉਸ ਗਿਆਨ ਨੂੰ ਲੈ ਕੇ ਆਓ ਜਿਹੜਾ ਗਿਆਨ ਇਹ ਦੱਸਦਾ ਹੈ ਕਿ ਜਲੇ ਹਰੀ ਥਲੇ ਹਰੀ।
ਰੱਬ ਨੂੰ ਮੰਨਣ ਦਾ ਅਰਥ ਹੈ ਕਿ ਰੱਬ ਦੀ ਹੋਂਦ ਨੂੰ ਹਰ ਥਾਂ ਤੇ ਸਵੀਕਾਰਨਾ। ਕੋਈ ਥਾਂ ਹੈ ਹੀ ਨਹੀਂ ਜਿੱਥੇ ਰੱਬ ਨਹੀਂ ਹੈ। ਤੂੰ ਸਭਨੀ ਥਾਈਂ ਜਿੱਥੇ ਹੋ ਜਾਈ। ਉਹ ਕਿਹੜੀ ਥਾਂ ਹੈ ਜਿੱਥੇ ਰੱਬ ਨਹੀਂ ਹੈ? ਉਹ ਕਿਹੜਾ ਦੇਸ਼ ਹੈ? ਧਨ ਸੋ ਦੇਸ਼ ਜਹਾਂ ਤੂੰ ਵਸਿਆ। ਇਸੇ ਕਰਕੇ ਗੁਰੂ ਨਾਨਕ ਦੀ ਮੱਤ ਮੁਤਾਬਕ ਕੋਈ ਧਰਤੀ ਮਾੜੀ ਨਹੀਂ ਹੈ, ਕੋਈ ਦੇਸ਼ ਮਾੜਾ ਨਹੀਂ ਹੈ, ਕੋਈ ਲੋਕ ਮਾੜੇ ਨਹੀਂ। ਸੱਚੇ ਪਾਤਸ਼ਾਹ ਨੇ ਸਭ ਦਾ ਸਨਮਾਨ ਕੀਤਾ। ਮੈਂ ਤਾਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਇਹ ਹਰੀ ਦਾ ਮੰਦਰ ਕੁੱਲ ਦੁਨੀਆ ਦੀ ਆਸਥਾ ਦਾ ਇਹ ਕੇਂਦਰ ਹੈ ਭਾਈ। ਇੱਥੇ ਸਭ ਦਾ ਸਨਮਾਨ ਕੀਤਾ ਗਿਆ ਹੈ। ਇੱਥੇ ਹਰ ਦਿਸ਼ਾ ਤੋਂ ਆਉਣ ਵਾਲੇ ਮਨੁੱਖ ਦਾ ਸਨਮਾਨ ਕੀਤਾ ਗਿਆ ਹੈ। ਇੱਥੇ ਵੱਖਰੀ ਵੱਖਰੀਆਂ ਆਸਥਾਵਾਂ ਦੇ ਵਿੱਚ ਜਨਮੇ ਔਰ ਫਿਰ ਕਰੋੜਾਂ ਕਰੋੜਾਂ ਲੋਕਾਂ ਨੂੰ ਮਾਰਗ ਦਰਸ਼ਨ ਦੇਣ ਵਾਲੇ ਭਗਤ ਸਾਹਿਬਾਨਾਂ ਦੇ ਪਵਿੱਤਰ ਬਚਨ ਉਹ ਆਪਣੇ ਗ੍ਰੰਥ ਵਿੱਚ ਦਰਜ ਕੀਤੀ ਗਈ ਹੈ। ਅੱਜ ਦੁਨੀਆ ਵਿੱਚ ਕੋਈ ਕਹਿ ਨਹੀਂ ਸਕਦਾ ਕਿ ਇਹ ਗ੍ਰੰਥ ਕੇਵਲ ਸਿੱਖਾਂ ਦਾ ਗ੍ਰੰਥ ਹੈ ਭਾਈ। ਨਹੀਂ, ਇਹ ਗ੍ਰੰਥ ਭਗਤ ਨਾਮਦੇਵ ਨੂੰ ਮੰਨਣ ਵਾਲਿਆਂ ਦਾ ਵੀ ਗ੍ਰੰਥ ਹੈ। ਇਹ ਗ੍ਰੰਥ ਭਗਤ ਕਬੀਰ ਜੀ ਨੂੰ ਮੰਨਣ ਵਾਲਿਆਂ ਦਾ ਵੀ ਗ੍ਰੰਥ ਹੈ। ਇਹ ਗ੍ਰੰਥ ਬਾਬਾ ਫਰੀਦ ਜੀ ਨੂੰ ਮੰਨਣ ਵਾਲਿਆਂ ਦਾ ਵੀ ਗ੍ਰੰਥ ਹੈ ਭਾਈ। ਇਹ ਗ੍ਰੰਥ ਭਗਤ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਦਾ ਵੀ ਗ੍ਰੰਥ ਹੈ। ਇਹੋ ਤੇ ਕਾਰਨ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਸਾਰੇ ਭਗਤ ਸਾਹਿਬਾਨਾਂ ਦੇ ਪਵਿੱਤਰ ਦਿਹਾੜੇ ਜਿਹੜੇ ਨੇ ਉਹ ਉਸੇ ਤਰ੍ਹਾਂ ਹੀ ਸ਼ਰਧਾ ਸਤਿਕਾਰ ਚਾਅ ਉਮਾ ਦੇ ਨਾਲ ਮਨਾਏ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਬਿਠਾਇਆ, ਆਪਣੇ ਕੋਲ ਬਿਠਾਇਆ, ਆਪਣੇ ਵਿੱਚ ਬਿਠਾਇਆ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੋਗੇ ਤੁਹਾਨੂੰ ਸਮਝ ਆ ਜਾਏਗੀ ਕਿ ਸਤਿਗੁਰਾਂ ਨੇ ਇਹ ਨਹੀਂ ਕਿਹਾ ਸੀ ਵੀ ਪਹਿਲਾਂ ਗੁਰੂਆਂ ਦੀ ਬਾਣੀ ਦਰਜ ਕਰੋ ਤੇ ਜਦੋਂ ਅਖੀਰ ਆਏਗਾ ਇਸ ਗ੍ਰੰਥ ਦੀ ਸੰਪੂਰਨਤਾ ਹੋਣ ਲੱਗੇਗੀ ਤੇ ਅੰਤਲੇ 2 4 10 ਅੰਗ ਜਿਹੜੇ ਹੋਣਗੇ ਉੱਥੇ ਇਹਨਾਂ ਭਗਤਾਂ ਦੀ ਬਾਣੀ ਲਿਖ ਦਿੱਤੀ ਜਾਏਗੀ। ਨਹੀਂ, ਉਹਨਾਂ ਨੂੰ ਬਰਾਬਰ ਰਾਗਾਂ ਦੀ ਵੰਡ ਵਿੱਚ ਤਰਤੀਬ ਦੇ ਵਿੱਚ ਅਸਥਾਨ ਦਿੱਤਾ ਗਿਆ ਹੈ। ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਔਰ ਉਹਨਾਂ ਦੀ ਬਾਣੀ ਨੂੰ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ। ਇਹ ਸ਼ਬਦ ਦਾ ਉਚਾਰਨ ਕਰਕੇ ਉਹਨਾਂ ਹੀ ਮਾਣ ਸਨਮਾਨ ਗੁਰੂਆਂ ਦੀ ਬਾਣੀ ਦੇ ਤੁਲ ਦਿੱਤਾ ਗਿਆ ਹੈ। ਪਰ ਅੱਜ ਤੱਕ ਕਿਸੇ ਸਿੱਖ ਨੇ ਹਿਮਾਕਤ ਨਹੀਂ ਕੀਤੀ ਕਿ ਉਹ ਕਵੇ ਜੀ ਭਗਤਾਂ ਦੀ ਬਾਣੀ ਹੋਰ ਹੈ ਤੇ ਗੁਰੂਆਂ ਦੀ ਬਾਣੀ ਹੋਰ ਹੈ, ਭੱਟਾਂ ਦੀ ਬਾਣੀ ਹੋਰ ਹੈ, ਗੁਰੂ ਕੇ ਸੇਵਕਾਂ ਸਿੱਖਾਂ ਨਿਕਟ ਵਰਤੀਆਂ ਦੀ ਬਾਣੀ ਹੋਰ ਹੈ। ਨਹੀਂ, ਬਾਣੀ ਸਾਰੀ ਗੁਰੂ ਹੈ ਤੇ ਬਾਣੀ ਹੀ ਸਾਨੂੰ ਦੱਸਦੀ ਹੈ ਕਿ ਪਰਮਾਤਮਾ ਜਿਹੜਾ ਆਪ ਰੰਗਾ ਹੈ ਉਹ ਅਨੇਕ ਰੰਗਾਂ ਦੇ ਵਿੱਚ ਰਮਿਆ ਹੋਇਆ ਹੈ। ਸਾਰੇ ਰੰਗ ਹੀ ਉਹਦੇ ਨੇ। ਕੀੜੀ ਤੋਂ ਲੈ ਕੇ ਹਾਥੀ ਤੱਕ ਉਹ ਪਰਮਾਤਮਾ ਸਾਰਿਆਂ ਵਿੱਚ ਪੂਰਿਆ ਹੋਇਆ, ਉਹ ਰਮਿਆ ਹੋਇਆ। ਪਰ ਬੰਦਿਆ ਤੇਰੀ ਗਲਤੀ ਹੈ। ਬਰਤ ਨੇਮ ਤੀਰਥ ਸਹਿਤ ਗੰਗਾ ਜਲ ਹੇਵਤ ਭੂਖ ਅਰ ਨੰਗਾ। ਉਹ ਪਰਮਾਤਮਾ ਜਿਹੜਾ ਤੇਰੇ ਕੋਲ ਹੈ, ਤੇਰੇ ਨਾਲ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਵਿੱਚ ਹੈ। ਪਰ ਤੂੰ ਉਸ ਰੱਬ ਨੂੰ ਵੇਖਣ ਵਾਸਤੇ ਕਦੇ ਨੰਗਾ ਹੋ ਜਾਂਦਾ ਹੈ, ਨਗਨ, ਕਦੇ ਤੂੰ ਭੁੱਖਾ ਰਹਿਣਾ ਸ਼ੁਰੂ ਕਰ ਦਿੰਦਾ, ਖਾਣਾ ਪੀਣਾ ਤਿਆਗ ਦਿੰਦਾ,
ਕਦੇ ਤੂੰ ਜਲ ਖੇਵਤ, ਕਦੇ ਪਾਣੀ, ਕਦੇ ਬਰਫ਼ ਦੀਆਂ ਗੁਫਾਵਾਂ ਵਿੱਚ ਜਾ ਕੇ, ਪਹਾੜੀਆਂ ਤੇ ਜਾ ਕੇ ਤੂੰ ਆਪਣੇ ਤਨ ਨੂੰ ਦੁੱਖ ਦੇਣ ਦਾ ਯਤਨ ਕਰਦਾ ਵੀ ਉਸ ਰੱਬ ਨੂੰ ਮੈਂ ਵੇਖਣਾ ਚਾਹੁੰਦਾ। ਨਹੀਂ, ਪਾਣੀ, ਬਰਫ਼, ਭੁੱਖ, ਨੰਗ, ਕਿਉਂਕਿ ਬੜੇ ਸਾਰੇ ਸਾਧੂ ਨਗਨ ਵੀ ਰਹਿੰਦੇ ਨੇ, ਭੁੱਖੇ ਵੀ ਰਹਿੰਦੇ ਨੇ, ਜਲ ਧਾਰੇ ਵੀ ਕਰਦੇ ਨੇ, ਬਰਫਾਂ ਵਿੱਚ ਜਾ ਕੇ ਵੀ ਬੈਠਦੇ ਨੇ, ਕਈ ਤਰ੍ਹਾਂ ਦੇ ਵਰਤ ਨੇਮ ਕਰਦੇ ਨੇ। ਸਿੱਖੀ ਦੇ ਵਿੱਚ ਕਿਸੇ ਵਰਤ ਨੂੰ ਕੋਈ ਥਾਂ ਨਹੀਂ ਹੈ। ਇੱਥੇ ਤਾਂ ਬ੍ਰਤ, ਗੋਰ, ਮੜੀ, ਮੱਠ, ਭੂਲ ਨਾ ਮੰਨੈ, ਭੁੱਲ ਕੇ ਵੀ ਨਹੀਂ ਮੰਨਣਾ। ਕਿਸੇ ਮੜੀ ਮਸਾਣੀ ਨੂੰ ਭੁੱਲ ਕੇ ਵੀ ਨਹੀਂ ਮੰਨਣਾ। ਕੋਈ ਵਰਤ ਨੇਮ ਭੁੱਲ ਕੇ ਵੀ ਨਹੀਂ ਰੱਖਣਾ। ਇਸੇ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਜੇ ਵਰਤ ਰੱਖੋਗੇ ਤਾਂ ਕੀ ਗੁਰਦੁਆਰੇ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਛਕੋਗੇ? ਛਕੋਗੇ ਤਾਂ ਵਰਤ ਟੁੱਟ ਜਾਏਗਾ, ਵਰਤ ਰੱਖੋਗੇ ਤਾਂ ਦੇਗ ਨਹੀਂ ਛਕੋਗੇ। ਭਾਈ ਕੀ ਕਦੇ ਆਪ ਜੀ ਨੇ ਸੁਣਿਆ ਪਿਛਲੇ 550 ਸਾਲਾਂ ਦੇ ਵਿੱਚ ਕਿ ਕਿਸੇ ਸਿੱਖ ਨੇ ਗੁਰੂ ਮਹਾਰਾਜ ਦੀ ਦੇਗ ਲੈਣ ਤੋਂ ਇਸ ਕਰਕੇ ਇਨਕਾਰ ਕੀਤਾ ਹੋਵੇ ਵੀ ਅੱਜ ਮੇਰਾ ਵਰਤ ਹੈ ਜੀ? ਤੀਰਥਾਂ ਦੀਆਂ ਯਾਤਰਾਵਾਂ ਲੋਕ ਕਰਦੇ ਨੇ, ਬੜੇ ਤਰ੍ਹਾਂ ਦੇ ਨੇਮ ਨਿਯਮਾਂ ਦਾ ਧਰਮ ਦੇ ਨਾਂ ਤੇ ਪਾਲਣ ਕਰਦੇ ਨੇ। ਇੱਥੋਂ ਤੱਕ ਗੰਗਾ ਤੱਕ ਜਾ ਕੇ ਲੋਕ ਇਸ਼ਨਾਨ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ ਕੀ ਲੋੜ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਬੇਕਾ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੇ ਨਾਹੀ। ਇਹ ਕੋਈ ਤਰੀਕਾ ਨਹੀਂ ਹੈ। ਕਿ ਤੂੰ ਤੀਰਥਾਂ ਤੇ ਜਾ ਕੇ ਭਟਕਣਾ ਸ਼ੁਰੂ ਕਰ ਦੇਵੇਂ, ਤੂੰ ਗੰਗਾ ਦੇ ਜਾ ਕੇ ਇਸ਼ਨਾਨ ਕਰਨੇ ਸ਼ੁਰੂ ਕਰ ਦੇਵੇਂ, ਤੂੰ ਜਲ ਧਾਰੇ ਕਰਨੇ ਸ਼ੁਰੂ ਕਰ ਦੇਵੇਂ, ਤੂੰ ਬਰਫਾਂ ਦੇ ਵਿੱਚ ਬੈਠਣਾ ਸ਼ੁਰੂ ਕਰ ਦੇਵੇਂ, ਤੂੰ ਭੁੱਖਾ ਨੰਗਾ ਰਹਿ ਕੇ ਵਰਤ ਰੱਖ ਕੇ ਤੂੰ ਤੀਰਥਾਂ ਦੀਆਂ ਯਾਤਰਾਵਾਂ ਦੇ ਵਿੱਚ ਪੈ ਕੇ ਕਵੇਂ ਕਿ ਮੈਂ ਉਸ ਰੰਗੇ ਰੰਗਾ ਰੰਗ ਰੰਗਣ ਕੇ ਰੰਗਾ, ਜਿਹੜਾ ਪ੍ਰਮਾਤਮਾ ਹਰ ਰੰਗ ਵਿੱਚ ਮੌਜੂਦ ਹੈ, ਜਿਹਦੇ ਪੈਦਾ ਕੀਤੇ ਸਾਰੇ ਰੰਗ ਨੇ। ਇਹ ਸਾਰੀ ਸ੍ਰਿਸ਼ਟੀ ਉਹਦੀ ਪੈਦਾ ਕੀਤੀ ਹੋਈ ਹੈ। ਇਹ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਇਹ ਉਸ ਰੰਗੇ ਪ੍ਰਮਾਤਮਾ ਤੋਂ ਇਹ ਪ੍ਰਕਿਰਤੀ ਬਣੀ ਹੈ, ਇਹ ਸਾਰੀ ਸ੍ਰਿਸ਼ਟੀ ਬਣੀ ਹੈ, ਇਹ ਸਾਰਾ ਸੰਸਾਰ ਬਣਿਆ। ਇਸ ਕਰਕੇ ਭਾਈ ਪੂਜਾ ਚਾਰ ਕਰਤ ਮੇ ਲੰਗਾ, ਤੂੰ ਪੂਜਾ ਚਾਰ ਕਰਦੇ ਸਮਗਰੀ ਬਣਾ ਕੇ ਬਹਿ ਗਿਆ ਕਿ ਇਸ ਸਮਗਰੀ ਦੇ ਨਾਲ ਤੂੰ ਰੱਬ ਦੀ ਪੂਜਾ ਕਰੇਗਾ। ਰੱਬ ਤੇ ਕੀੜੀ ਵਿੱਚ ਵੀ ਹੈ, ਰੱਬ ਤਾਂ ਹਾਥੀ ਵਿੱਚ ਵੀ ਹੈ, ਰੱਬ ਤੇ ਸਾਰਿਆਂ ਦੇ ਕੋਲ ਹੈ, ਰੱਬ ਤੇ ਸਾਰਿਆਂ ਦੇ ਨਾਲ ਹੈ। ਭਾਈ ਤੂੰ ਮੇ ਲੰਗਾ, ਤੂੰ ਸਮਾਧੀਆਂ ਦਾ ਜ਼ਿਕਰ ਕਰਦਾ ਹੈ, ਤੂੰ ਆਸਣਾ ਦਾ ਜ਼ਿਕਰ ਕਰਦਾ, ਚੱਕਰ ਕਰਮ ਤਿਲਕ ਕਾ ਠੰਗਾ, ਤੂੰ ਆਪਣੇ 6 ਅੰਗਾਂ ਦੇ ਉੱਪਰ, 2 ਲੱਤਾਂ ਦੇ ਉੱਤੇ, 2 ਬਾਹਾਂ ਦੇ ਉੱਪਰ, ਪੇਟ ਦੇ ਉੱਪਰ, ਸਿਰ ਦੇ ਉੱਪਰ, ਤੂੰ ਕਈ ਥਾਵਾਂ ਦੇ ਉੱਪਰ ਚੱਕਰ ਲਾਉਣ ਦੀ ਗੱਲ ਕਰਦਾ, ਤਿਲਕ ਬਣਾਉਣ ਦੀ ਗੱਲ ਕਰਦਾ, ਤੂੰ ਕਰਮ ਕਾਂਡਾਂ ਦੀ ਗੱਲ ਕਰਦਾ। ਭਾਈ ਲੋੜ ਨਹੀਂ। ਕੀ ਤੈਨੂੰ ਪਤਾ ਹੈ ਕਿ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ, ਇਹਨਾਂ ਕਰਮ ਕਾਂਡਾਂ ਦੇ ਵਿੱਚ ਪੈ ਕੇ ਇੱਕ ਛੋਟੇ ਜਿਹੇ ਤਿਲ ਅਨਾਜ ਦੇ ਦਾਣੇ ਜਿਨ੍ਹਾਂ ਤੇ ਤੈਨੂੰ ਮਾਣ ਮਿਲ ਸਕਦਾ ਹੈ, ਇੱਜ਼ਤ ਮਿਲ ਸਕਦੀ ਹੈ। ਵੀ ਲੋਕ ਕਹਿਣਗੇ ਜੀ ਵੇਖੋ ਜੀ ਇਹ ਦੁਨੀਆ ਦੇ ਫੈਸ਼ਨ ਵਿੱਚ ਨਹੀਂ ਹੈਗਾ, ਦੁਨੀਆ ਦੇ
ਐਸ਼ਵਰਜ ਦੇ ਰੰਗ ਤਮਾਸ਼ਿਆਂ ਵਿੱਚ ਨਹੀਂ ਹੈਗਾ, ਇਹ ਤਾਂ ਧਾਰਮਿਕ ਕੱਪੜੇ ਪਾ ਕੇ ਰੱਖਦਾ ਹੈ। ਇੰਨੀ ਕੁ ਇੱਜ਼ਤ ਹੋ ਸਕਦੀ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਇਸ ਤੋਂ ਅੱਗੇ ਪ੍ਰਵਾਨ ਨਹੀਂ ਕੀਤਾ ਸਤਿਗੁਰਾਂ ਨੇ। ਸਤਿਗੁਰੂ ਕਹਿੰਦੇ ਕਿ ਤਿਲ ਦੇ ਦਾਣੇ ਜਿਨ੍ਹਾਂ ਤੇ ਤੈਨੂੰ ਹੋ ਸਕਦਾ ਮਾਣ ਮਿਲ ਜਾਏ, ਇਸ ਤੋਂ ਵੱਧ ਮਾਣ ਕਿੱਥੋਂ ਲੈ ਕੇ ਆਏਗਾ। ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਮਾਰਗ ਦੱਸਿਆ ਹੈ, ਇਸੇ ਕਰਕੇ ਤਾਂ ਰੋਜ਼ ਗੁਰੂ ਸਾਹਿਬ ਕਹਿੰਦੇ ਨੇ ਭਾਈ ਸਿੱਖ ਬਣ, ਤੇ ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਹੈ ਹੀ ਉਹ ਜਿਹਨੇ ਗੁਰੂ ਦੀ ਵਿਚਾਰ ਸਿੱਖੀ ਹੈ, ਜਿਹਨੇ ਗੁਰੂ ਦੇ ਸਿਧਾਂਤ ਨੂੰ ਸਿੱਖਿਆ। ਜਿਹਨੇ ਗੁਰੂ ਦੇ ਸਿਧਾਂਤ ਨੂੰ ਸਿੱਖ ਲਿਆ, ਉਹ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਹੈ, ਉਹ ਪਾਠ ਕਰਦਾ ਹੈ, ਉਹ ਸੰਗਤ ਕਰਦਾ ਹੈ, ਉਹ ਗੁਰਬਾਣੀ ਦੇ ਪ੍ਰੀਤ ਸੁਣਦਾ ਹੈ, ਉਹ ਕਿਰਤ ਵਿਰਤ ਕਰਦਾ ਹੈ ਧਰਮ ਦੀ। ਫਿਰ ਪ੍ਰਸ਼ਾਦ ਲੈ ਕੇ ਆਪ ਵਰਤਾਉਂਦਾ ਹੈ। ਤਾਂ ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਝਾੜੂ ਗੁਰਦੁਆਰੇ ਤੱਕ ਸੀਮਤ ਹੋ ਗਿਆ। ਜਿੱਦਣ ਇਹ ਗਲੀਆਂ ਤੱਕ ਚਲਾ ਗਿਆ, ਸਾਰੀ ਗਲੀ ਬਾਹਰ ਨਿਕਲ ਕੇ ਪੁੱਛੇਗੀ ਕਿ ਭਾਈ ਤੁਹਾਨੂੰ ਇਹ ਸਿੱਖਿਆ ਕਿਸ ਨੇ ਦਿੱਤੀ ਹੈ। ਅੱਜ ਲੰਗਰ ਗੁਰਦੁਆਰਿਆਂ ਤੱਕ ਸੀਮਤ ਸੀ। ਅਸੀਂ ਕਹਿੰਦੇ ਸੀ ਠੀਕ ਹੈ ਜੀ, ਆ ਜਾਓ ਜੀ, ਛਕ ਲਓ ਜੀ। ਪਰ ਜਦੋਂ ਲੰਗਰ ਲੋੜਵੰਦਾਂ ਤੱਕ ਗਿਆ ਤੇ ਦੁਨੀਆ ਨੇ ਤੁਹਾਨੂੰ ਫਰਿਸ਼ਤੇ ਕਿਹਾ, ਦੇਵਤੇ ਕਿਹਾ, ਕੁੱਲ ਦੁਨੀਆ ਦੇ ਮੀਡੀਆ ਨੇ ਤੁਹਾਨੂੰ ਸਨਮਾਨ ਦਿੱਤਾ। ਔਰ ਅੱਜ ਕੋਈ ਮੁਸਲਮਾਨ ਭੈਣ 10 ਲੱਖ ਰੁਪਈਆ ਘੱਲਦੀ ਹੈ, ਕੋਈ ਰੈਡੀ, ਕੋਈ ਦੂਜੀਆਂ ਸਟੇਟਾਂ ਦੇ ਲੋਕ ਤੁਹਾਨੂੰ ਆਪਣਾ ਦਸਵੰਧ ਘੱਲਦੇ ਨੇ। ਕਿਤੇ ਅਮਰੀਕਾ, ਆਸਟ੍ਰੇਲੀਆ ਦੇ, ਇੰਗਲੈਂਡ ਦੇ ਗੋਰੇ ਜਿਹੜੇ ਨੇ, ਉਹ ਇਹਨਾਂ ਅਸਥਾਨਾਂ ਤੇ ਆਪਣੀ ਡੋਨੇਸ਼ਨ ਦੇਣ ਦੀਆਂ ਈਮੇਲ ਪਾਉਂਦੇ ਨੇ, ਕਿਉਂਕਿ ਅੱਜ ਦੁਨੀਆ ਬਹੁਤ ਛੋਟੀ ਹੋ ਚੁੱਕੀ ਹੈ। ਅੱਜ ਮਤ ਸੋਚਣਾ ਕਿ ਜੇ ਮੈਂ ਇੱਥੇ ਬੰਗਲਾ ਸਾਹਿਬ ਦੇ ਵਿੱਚ ਬੈਠ ਕੇ ਬੋਲ ਰਿਹਾ ਤੇ ਮੇਰੀ ਗੱਲ ਜਿਹੜੀ ਹੈ ਉਹ ਕਿ ਕੇਵਲ 2, 4, 5, 10 ਮੀਟਰ ਤੱਕ ਜਾਂਦੀ ਹੈ, ਪਰ ਮੈਂ ਤੇ ਪਿਛਲੇ 2.5 ਮਹੀਨਿਆਂ ਤੋਂ ਵੇਖ ਰਿਹਾ ਵੀ 2, 4, 10 ਮੀਟਰ ਤੱਕ ਦੇ ਸਾਹਮਣੇ ਸੰਗਤ ਵੀ ਨਜ਼ਰ ਨਹੀਂ ਆਉਂਦੀ। ਹੁਣ ਵੀ ਮੈਂ ਬੋਲ ਰਿਹਾ, ਬਿਲਕੁਲ ਮੇਰੇ ਸਾਹਮਣੇ ਗੁਰਦੁਆਰੇ ਦਾ ਮੇਨ ਦਰਬਾਰ ਹਾਲ ਬਿਲਕੁਲ ਖਾਲੀ ਹੈ, ਸੰਗਤ ਆਉਂਦੀ ਹੈ, ਮੱਥਾ ਟੇਕ ਕੇ ਤੁਰੀ ਜਾ ਰਹੀ ਹੈ। ਪਰ ਅੱਜ ਦਾ ਇਹ ਮਾਈਕ, ਇਹ ਮਾਈਕ੍ਰੋਫੋਨ ਜਿਹੜਾ ਹੈ, ਇਹਦੀ ਸੀਮਾ ਕੋਈ ਨਹੀਂ ਹੈ। ਕੁੱਲ ਦੁਨੀਆ ਤੁਹਾਨੂੰ ਸੁਣ ਰਹੀ ਹੈ। ਅੱਜ ਹਰ ਘਰ ਦੇ ਕੰਪਿਊਟਰ ਦੇ ਵਿੱਚ ਬੱਚੇ ਦੇ ਕੋਲ ਜਦੋਂ ਗੂਗਲ ਖੁੱਲਦਾ ਹੈ ਤੇ ਸੰਸਾਰ ਖੁੱਲਦਾ ਹੈ। ਲੋਕ ਸਿੱਖੀ ਨੂੰ ਪੜ੍ਹ ਰਹੇ ਨੇ। ਅੱਜ ਜ਼ਰੂਰਤ ਹੈ ਕਿ ਜਦੋਂ ਲੋਕ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਨੇ, ਹੁਣ ਇੱਕ ਗੱਲ ਤਾਂ ਹਰ ਵਿਅਕਤੀ ਨੇ ਪੁੱਛੀ ਹੈ ਨਾ ਵੀ ਲੰਗਰ ਕਦੋਂ ਤੱਕ ਚੱਲੇਗਾ, ਵੀ ਕਦੋਂ ਤੱਕ ਕਿਉਂ ਚੱਲੇਗਾ। ਲੰਗਰ ਤੇ ਜਦੋਂ ਦਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਅੱਜ ਤੱਕ ਬੰਦ ਹੀ ਨਹੀਂ ਹੋਇਆ। ਕਈਆਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਲੰਗਰ ਸ਼ੁਰੂ ਗੁਰੂ ਨਾਨਕ ਸਾਹਿਬ ਨੇ ਕੇਵਲ ਚੂੜ ਕਾਣੇ ਦੇ ਉਹਨਾਂ ਸਾਧੂਆਂ ਦੇ ਅਸਥਾਨ ਤੇ ਕੀਤਾ ਸੀ, ਪਰ ਕੀ ਉਹਨਾਂ ਨੇ ਕਰਤਾਰਪੁਰ ਵਿੱਚ ਫਿਰ ਲੰਗਰ ਬੰਦ ਕਰ ਦਿੱਤਾ ਸੀ? ਕਿ ਉਹ ਜਿਹੜਾ ਸ਼ਬਦ ਆਉਂਦਾ ਹੈ ਕਿ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਮੇਂ ਲੰਗਰ ਨਹੀਂ ਸੀ ਹੁੰਦਾ? ਹੁਣ ਪਤਾ ਹੀ ਨਹੀਂ, ਬੋਲੀ ਜਾਣ ਦਾ ਕੀ ਹੈ, ਜਿੰਨਾ ਮਰਜ਼ੀ ਬੋਲੀ ਜਾਓ। ਮੈਂ ਫਿਰ ਬੇਨਤੀ ਕਰਾਂ, ਲੰਗਰ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਬੱਧੀ ਹੈ। ਉਸ ਆਦਿ ਗੁਰੂ ਦੀ ਬੱਧੀ ਮਰਿਆਦਾ ਨੂੰ ਦੁਨੀਆ ਮੰਨੇਗੀ, ਸੰਸਾਰ ਮੰਨੇਗਾ,
संसार मन रहा है। अज इस मर्यादा का जादू दुनिया के सिर चढ़ के बोल रहा है। ये मर्यादा कदे बंद नहीं हुई। जदों गुरु घर विच केवल भुन्ने छोले वरतदे सी, ये उदों नहीं बंद हुई। मैं तो हमेशा बेनती करदा, लंगर का अर्थ की है? लंगर का अर्थ 36 प्रकार दीयां चीज़ां नहीं है। लंगर का अर्थ है कि वो भोजन जिहड़ा पवित्रता नाल बने ते बराबरता नाल वरत जाए। कि अज ये लंगर ओन व्हील बराबर नहीं वरतदा? तुसी वीडियो वेखो, असी कहने जी 50,000 बंदा बंगला साहब आके लंगर छकदा सी, ते जदों दा लॉकडाउन होया कि उन्हां लोकां दी भुख खत्म हो गई है। वो नहीं आ रहे गुरुद्वारे। इहदा अर्थ है कि उन्हां नूं लंगर की लोड़ है। वैसे भी मैं आप जी नूं बेनती करा, साडा की इहदे विच असी सुने कि महाराजा रणजीत सिंह ने पाठ कराया ते गुरु के वजीर भाई साहब ने अरदास की, अन्न पानी गुरु दा, टहल पानी सिखा सेवकां दा। ते किसी ने जाके महाराजा साहब नूं कह दिता कि तुहाडा ते ना ही नहीं लिया जी। ते महाराजा साहब नूं गुरु के वजीर ने समझाया कि महाराजा गुस्सा करन दी लोड़ नहीं, ये दसो अन्न पानी तुहाडा है? नहीं जी। ते टहल सेवा तुसां कीती, लंगर पकाया, ग्रंथी सिंघां नूं छकाया? नहीं जी। ते कहंदे फिर तुहाडा नां कित्थों आ जे विच? वो गुरमुखो तुहाडे कोल ते सिर्फ है ही टहल सेवा है। जे तुसी उन्हां नूं वरता लोगे तुहाडे धन भाग ने, जे उन्हां तक पहुंच जाओगे लैके ते धन भाग ने। अन्न पानी ते गुरु दा है, ये किसी कमेटी दा नहीं है, ये किसी बंदे दा नहीं है। अन्न पानी ते गुरु दा है। टहल सेवा सी जे तुसी कर सकदे तां। पर पता नहीं शायद किसी नूं ये भी लगदा होवे कि इस टहल सेवा दे राहीं भी हो सकदा है भी साडी भाई धरती ना किते गवाच जाए। नहीं, आपां ईरखा ना करिए, आपां रीस करिए, आपां यतन करिए। अज दुनिया दे विच अगर तुहाडा ना है तां इस करके भी तुसी ये लंगर लैके, तुसी ये भोजन, ये प्रशादा लैके रैड क्रॉस वालियां तो भी अगे चले गए। जिथे रैड क्रॉस नहीं पहुंचे उत्थे सिख पहुंच गए। अज दुनिया दे विच तुहाडी तस्वीर इस रूप दे विच प्रगट हो गई। नहीं तो एक वेला सी 1984 दे घल्लूघारे तो बाद, 84 दे नवंबर दे कतलेआम तो बाद ये कहने की कोशिश की गई है अतवादी ने, लोगों ने उन्होंने बोलदियां सुनिया ते तुहानूं लोकां दे लंगर छकाउंदियां वेखिया, लोकां दे मलम पट्टी करदियां वेखिया, लोकां ने तुहानूं फरिश्ते बन के उन्हां दी भुख मिटाउंदियां वेखिया। हुण साध संगत जी, गल्लां वालियां दी गल चलेगी कि कम्मां वालियां दी गल चलेगी? ये तो अज वालियां नूं भी समझ आउणी चाहिए भी गल्लां वालिओ तुहाडी गल किसे नहीं सुननी, ते कम्मां वालिओ कम तां भाई सिर चढ़ के बोलणगे। मैं तो रोज बेनती करदा, सच्चों उरै सब को ऊपर सच अचार। एक आदमी रोज बह के कहे मैं सच बोलदा जी, तो उन्होंने पूछो भी सच बोलदा ही है कि सच दे लई कुछ करदा भी है? तू किसी नूं पानी पिआउणा है? हैरानी है जिहड़े बंदे 2.5 महीने घरों मत्था टेकण तक नहीं आए, आप न देहे चुरू भर पानी तै निंदै जै गंगा आनी। अज उन्हां बच्चों की सेवा का आपां निषेध करिए जिहड़े गलियां ते बाजारां दे विच इस करोने की महामारी दे विच भी अपना सिर तली ते रख के तुरे हुए ने। कि उन्हां नूं अपनी जिंदगी प्यारी नहीं, जां उन्हां दे बच्चे नहीं, जां उन्हां नूं अपने
परिवार प्यारे नहीं, नहीं उन्होंने सब कुछ प्यारा है, पर गुरु नानक की सिक्खी बहुत प्यारी है। अज उन्होंने लगता है कि अज सिक्खी का सवाल है, अज गुरु नानक पिता महाराज की घर की मर्यादा का सवाल है। इसे करके उन्होंने बच्चों ने, थोड़े थोड़े व्यक्तियों ने, कमाल है, लखा लखा दे प्राणियों के वास्ते लंगर तैयार कर दिता। कोई सवेरे 2 बजे आ गया, कोई 3 बजे आ गया, कोई सवेरे 4 बजे आ गया। अज दुनिया का मीडिया कहता है, दुनिया दी अखबारां टीवी कहते ने, सिखो तुहानू नमस्कार है। चक्कर करम तिलक खाठंगा। गुरु अर्जन साहब कहते भाई कर्म कांडां विच ना पवो। फरीदा खालक खलक मैं खलक वसै रब माहे। रब जेड़ा है ना, ये बंदियां विच रहिंदा है। गुरुद्वारे विचों तां रब नूं सिੱਖਣ वास्ते आउणा सी, समझण वास्ते आउणा सी। इत्थे सत संगत सतगुर चटसाल है, जित हर गुण सिखा। किते इत्थे झाड़ू मारदे आ, सानू अपने गली महल्ले साफ रखने आ जाते। इत्थे संगत दे जोड़े झाड़दियां लोकां दे चरनां विच निमरता नाल सिर रख के जीउणा आ जांदा, असीं बद कलाम ना हुंदे। कि अज दुनिया नमस्कार ना कर दी, अज दुनिया साडे दर्शनां लई घरों तुर पैंदी। शायद सानू पता है कि नहीं पता। तिनको प्रजा पूजन आई, जिहड़े रब दे प्यारे बने, जिन्हां ने रब दी भगती कीती, जिन्हां ने रब नाल लाड़ लड़ाए, जिन्हां ने रब दी मर्यादा मन्नी, अज संसार ने उन्हां दा पूजन कीता है। दर्शन भेटे बिन सत संगा। गुरु अर्जन देव पिता महाराज कहते ने, वरत नेम करके, तीर्थां दे गंगा दे इशनान करके, पानी दे जल धारे करके, बर्फां दे वासे करके, भुखा रह के, नगन रह के, पूजा चार करके, समाधियां ला के, ते अपने 6 अंगां ते चक्कर बना के, तिलक लगा के, तू इदां दे कर्म कांडां दे विच पै के जे कवें मैं रब दे दीदार कर लवां, तो चेता रखी दर्शन भेटे बिन सत संगा। उस सत संगत दे विच बैठण तो बिना तैनूं दर्शन कदे नहीं होणगे। ये तो संगत विच बिठा के गुरु समझाएगा कि विच संगत हर प्रभ वसे जियो। जिथे तू बैठा है रब तो इत्थे भी है। अवेख तेरे आले दुआले सारे रब दे रूप बैठे ने। सहस मूरत उस रब दियां हजारां मूर्तियां ने। सहस तव नैन उहदे हजारां नेत्र ने। वो हर अख विच बैठा वेख रहा है, वो हर शरीर दे विच बैठा वो रमिया होया है। हठ निगर है अत रहत बिटंगा। हठ करके बंदिया तू ते पुठा लटक लटक के रब नूं वेखण दी कोशिश कर रहा है। तैनूं पुठे लटक के रब नूं वेखण दी की लोड़ है। वो परमात्मा ते सारियां थावां ते है, सारे जीवां दे विच है। कोई है रूप जिहड़ा उस परमात्मा दा ना होवे भाई। जै जै पेखों तै हजूर दूर कतो ना जाई। रब रहया सरबतर मैं मन सदा ध्याई। हौ रोग व्यापै चुके ना भंगा। जदों तू कर्म कांडी हो जाएगा ना ते तेरे रोग हौमे दे होर वध जाणगे। मेरे जिन्ने चक्कर कौन बना सकता है, मेरे जिन्ने वर्त कौन रख सकता है, मेरे जिन्ने गंगा दे इशनान कौन कर सकता है,
मेरे जिन्नियां तीर्थां दीयां यात्रावां कौन कर सकदा है? जिवें मैं नंगा रहना इवें कौन रह सकदा है? जिवें मैं भुखा रह सकदा कौन रह सकदा है? मेरे वर्गी समाधि कौन ला सकदा है? मेरे वर्गा पूजा चार किसनूं आउंदा है? मेरे वर्गे तिलक चक्कर शरीर ते कौन बना सकदा है? इहो जी ड्रैसिंग तां किसी होर नूं आउंदी नहीं। हाँ रोग व्यापै चुके ना भंगा। गुरु अर्जन देव पिता महाराज कहते ने तू हौमे दे रोग विच भर जाएगा, तेरा ये हंकार मुड़ के कदे टुटेगा नहीं। काम क्रोध अत तृष्ण जरंगा, तृष्णा दे विच सड़ जाएगा तू। काम क्रोध तृष्णा ये तेरी मुकेगी नहीं। इन्हां चीज़ां तो मुक्त होने वास्ते ही सतगुरु ने सानू सेवा सिमरन संगत ये अमृत ये सरोवर ये पंगत ये संगत ये संस्थावां दित्तियां सी, ये स्थान दिते सी, ये मर्यादा दित्तियां सी, सानू इदां दी निजमावली दित्ती सी। सिख नूं कर्मकांडी नहीं सी बनाया। कदे तुसी किसी सिख नूं नहीं वेख्या होएगा। सिख तुहानूं बाणी पढ़दा ही मिलेगा, उठदा बहंदा तुरिया फिरदा। सिख हर वक्त बाणी पढ़दा है। सो मुकत नानक जिस सतगुर चंगा। गुरु अर्जन देव पिता महाराज कहते संसार दे लोको भुल ना जायो। मुकत वो है जिहदा सतगुरु चंगा है, जिहदा सतगुरु श्रेष्ठ है, जिहदा सतगुरु श्रोमणी है, जिहदा सतगुर पूरा है। मन क्यों बैराग करेगा? सतगुर मेरा पूरा। मेरे मन नूं वैराग करन दी की लोड़ है भाई? पूरा प्रभ आराध्या पूरा जाका नाओ, नानक पूरा पाया। पूरे दी आराधना, उस पूरे परमात्मा दी प्राप्ति। पर यह सारा कुछ सानू एक चंगे गुरु तो प्राप्त होएगा। ये जरूर चेता रखना कि खुद गुरु हरगोबिंद पिता महाराज ने समझाया सी संसार दे लोको गुरुआं दियां चार जातियां ने दुनिया विच, गवाच ना जायो। कोई भरिंगी कीड़े वर्गा भी गुरु जे, वो जाला बुनदा सिर्फ अपना ढिड भरन वास्ते। कोई बावन चंदन वर्गा गुरु है, खास खास रुत विच खास खास बनस्पति नूं अपनी सुगंधी दिंदा है। कोई पारस गुरु है, विशेष धातां नूं ही सोना बनाउंदा, सारियां नूं नहीं बनाउंदा। कोई विरला ही दीपक गुरु है जिहड़ा आप जगदा है ते दूसरियां नूं रोशनी करन दे समर्थ बना दिंदा है। वो चंगा गुरु है, वो पूरा गुरु है, वो समर्थ गुरु है। जदों समर्थ गुरु सिर हाथ धरियो फिर किस गल दी टोट है भाई? जदों पूरे गुरु ने सिर ते हाथ रखना है तो फिर बलिहारी गुर अपने द्योहाड़ी सदवार, जिन मानस ते देवते किए करत ना लागी बार। उन्हें तो मनुखा तो सानू देवते बना देना है। उन्हें कौडे राक्षस वर्गिया नूं, भूमिए चोर वर्गिया नूं, सज्जन ठग वर्गिया नूं देवते बना दिता भाई। गुरु अर्जन देव पिता महाराज कानड़ा राग दे विच साडा मार्ग दर्शन करते ने। सतगुरु किरपा करन, उपदेश साडे हिरदियां विच वस जाए। भुलां मेरियां ने खिमा कर देनियां। उपदेश सतगुरु जी दा है, अपने पल्ले बन लेना। एक बार फिर श्रोमणी भगत भगत कबीर जी दे पवित्र जन्म दिहाड़े दियां आप संगतां नूं लख 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 बधाइयां। भुलां बख्शो जी, फतेह बुलाओ।
ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।